तिहाड़ जेल ਦੇ ਵਿੱਚ ਬੰਦ ਅਰਵਿੰਦ ਕੇਜਰੀਵਾਲ ਨੂੰ ਅੱਜ ਮਿਲਣਗੇ ਮੁੱਖ ਮੰਤਰੀ ਭਗਵੰਤ ਮਾਨ। ਦੁਪਹਿਰ 12 ਵਜੇ ਸਖਤ ਸੁਰੱਖਿਆ ਹੇਠ ਹੋਵੇਗੀ ਮੁਲਾਕਾਤ। ਬੀਤੇ ਦਿਨੀ ਜੇਲ੍ਹ ਪ੍ਰਸ਼ਾਸਨ ਨੇ ਦਿੱਤੀ ਸੀ ਇਜਾਜ਼ਤ। ਅੱਜ ਰਾਉਜ਼ ਐਵੀਨਿਊ ਕੋਰਟ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਪੇਸ਼ੀ ਨਿਆਇਕ ਰਿਮਾਂਡ ਖਤਮ ਹੋਣ ਤੋਂ ਬਾਅਦ ਕੀਤਾ ਜਾਵੇਗਾ ਪੇਸ਼। ਸੁਪਰੀਮ ਕੋਰਟ ਦੇ ਵਿੱਚ ਵੀ ਕੇਜਰੀਵਾਲ ਦੀ ਪਟੀਸ਼ਨ ਤੇ ਹੋਏਗੀ ਸੁਣਵਾਈ। ਲੰਬੇ ਮੰਥਨ ਤੋਂ ਬਾਅਦ ਕਾਂਗਰਸ ਨੇ ਮੈਦਾਨ ਦੇ ਵਿੱਚ ਉਤਾਰੇ 6 ਉਮੀਦਵਾਰ। ਚੰਨੀ ਨੂੰ ਜਲੰਧਰ ਤੋਂ ਦਿੱਤੀ ਟਿਕਟ ਤਾਂ ਸੰਗਰੂਰ ਤੋਂ ਖੈਰਾ ਤੇ ਖੇਡਿਆ ਦਾ। ਪਟਿਆਲਾ 'ਚ ਪ੍ਰਨੀਤ ਕੌਰ ਦੇ ਖਿਲਾਫ ਮੈਦਾਨ 'ਚ ਡਾਕਟਰ ਗਾਂਧੀ। ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਬਣਾਇਆ ਉਮੀਦਵਾਰ। ਕਾਂਗਰਸ ਨੇ 2 ਮੌਜੂਦਾ ਸੰਸਦਾਂ ਨੂੰ ਮੁੜ ਮੈਦਾਨ ਦੇ ਵਿੱਚ ਉਤਾਰਿਆ। ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਤਾਂ ਫਤਿਹਗੜ੍ਹ ਸਾਹਿਬ ਤੋਂ ਡਾਕਟਰ ਅਮਰ ਸਿੰਘ ਨੂੰ ਬਣਾਇਆ ਉਮੀਦਵਾਰ। ਪਰ ਡਿੰਪਾ ਤੇ ਸਦੀਕ ਦੀ ਟਿਕਟ ਕੀਤੀ ਹੋਲਡ। ਟਿਕਟ ਮਿਲਣ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਚਰਨਜੀਤ ਸਿੰਘ ਚੰਨੀ ਚੋਣ ਲੜਨ ਤੇ ਬੋਲੇ, ਮੈਂ ਸੁਦਾਮਾ ਬਣ ਕੇ ਆਇਆ, ਜਲੰਧਰ ਦੀ ਜਨਤਾ ਮੈਨੂੰ ਕ੍ਰਿਸ਼ਨ ਬਣ ਕੇ ਸੰਭਾਲੇ। ਅੱਜ ਜਲੰਧਰ ਅਤੇ ਲੁਧਿਆਣਾ ਦੀਆਂ ਸੀਟਾਂ ਤੇ ਵੀ ਪੱਤੇ ਖੋਲ ਸਕਦੀ ਹੈ ਆਪ। ਜਲੰਧਰ ਤੋਂ ਪਵਨ ਕੁਮਾਰ ਟੀਨੂ ਨੂੰ ਮਿਲ ਸਕਦੀ ਹੈ ਟਿਕਟ। ਕੱਲ ਹੀ ਅਕਾਲੀ ਦਲ ਛੱਡ ਕੇ ਆਪ 'ਚ ਹੋਏ ਸਨ ਸ਼ਾਮਲ। ਅੱਜ ਅਕਾਲੀ ਦਲ ਦੀ ਚੋਣ ਮੈਨੀਫੈਸਟੋ ਕਮੇਟੀ ਦੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਸਵੇਰੇ 11 ਵਜੇ ਪਾਰਟੀ ਦਫ਼ਤਰ ਹੋਵੇਗਾ ਮੰਥਨ। ਕਮੇਟੀ ਚੇਅਰਮੈਨ ਬਲਵਿੰਦਰ ਸਿੰਘ ਭੁੰਦੜ ਦੀ ਅਗਵਾਈ ਦੇ ਵਿੱਚ ਹੋਏਗੀ ਚਰਚਾ। ਫਾਜ਼ਿਲਕਾ ਵਿੱਚ ਪੁਲਿਸ ਅਤੇ ਬੀਐਸਐਫ ਨੇ ਜ਼ਮੀਨ ਪੁੱਟ ਕੇ ਕੱਢੇ ਪੌਣੇ 10 ਲੱਖ ਰੁਪਏ। 7 ਤੋਲੇ ਸੋਨਾ ਬਰਾਮਦ। ਪਿੰਡ ਮੋਹਾਰ ਜਮਸ਼ੇਰ ਦੇ ਵਿੱਚ ਨਸ਼ੇ ਦੇ ਕਾਲੇ ਕਾਰੋਬਾਰ ਦੇ ਨਾਲ ਜੁੜੇ ਲੋਕਾਂ ਤੇ ਮਾਰੀ ਗਈ ਸੀ ਰੇਡ। ਮੁੰਬਈ ਕ੍ਰਾਈਮ ਬ੍ਰਾਂਚ ਨੂੰ ਸੌਂਪੀ ਗਈ ਸਲਮਾਨ ਖਾਨ ਦੇ ਘਰ ਤੇ ਫਾਇਰਿੰਗ ਮਾਮਲੇ ਦੀ ਜਾਂਚ। ਦੋਵੇਂ ਸ਼ੂਟਰਾਂ ਦੇ ਮੁੰਬਈ ਤੋਂ ਫਰਾਰ ਹੋਣ ਦੀ ਖਬਰ। ਇੱਕ ਸ਼ੂਟਰ ਵਿਸ਼ਾਲ ਉਰਫ ਕਾਲੂ ਦੀ ਹੋਈ ਪਛਾਣ। ਸਰਬਜੀਤ ਦੀ ਬੇਟੀ ਨੇ ਆਮਿਰ ਤਾਂਬਾ ਦੇ ਕਤਲ ਨੂੰ ਲੈ ਕੇ ਚੁੱਕੇ ਸਵਾਲ। ਬੋਲੇ, ਕਤਲ ਪਿੱਛੇ ਪਾਕਿਸਤਾਨ ਸਰਕਾਰ ਦੀ ਵੱਡੀ ਸਾਜ਼ਿਸ਼। ਕਈ ਰਾਜ਼ ਆ ਸਕਦੇ ਨੇ ਬਾਹਰ। ਕੱਲ ਲਾਹੌਰ ਦੇ ਵਿੱਚ ਅਣਪਛਾਤਿਆਂ ਨੇ ਆਮਿਰ ਤਾਂਬਾ ਨੂੰ ਗੋਲੀਆਂ ਮਾਰ ਕੇ ਉਤਾਰਿਆ ਸੀ ਮੌਤ ਦੇ ਘਾਟ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਤਾਂ ਬੁਲੇਟਿਨ ਦੇ ਵਿੱਚ ਹਰ ਵੱਡੀ ਤੇ ਛੋਟੀ ਖਬਰ ਤੇ ਨਜ਼ਰ ਪਾਵਾਂਗੇ। ਸ਼ੁਰੂਆਤ ਕਰਦੇ ਹਾਂ ਸਰਬਜੀਤ ਦੇ ਗੁਨਾਹਗਾਰ ਦੇ ਕਤਲ ਮਾਮਲੇ ਨੂੰ ਲੈ ਕੇ। ਤਾਂ ਸਰਬਜੀਤ ਦੇ ਗੁਨਾਹਗਾਰ ਦੇ ਕਤਲ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਔਰ ਸਰਬਜੀਤ ਦੀ ਬੇਟੀ ਨੇ ਹੀ ਆਮਿਰ ਤਾਂਬਾ ਦੇ ਕਤਲ ਨੂੰ ਲੈ ਕੇ ਸਵਾਲ ਚੁੱਕੇ ਨੇ। ਤਾਂ ਕਤਲ ਦੇ ਪਿੱਛੇ ਪਾਕਿਸਤਾਨ ਸਰਕਾਰ ਦੀ ਵੱਡੀ ਸਾਜ਼ਿਸ਼ ਹੈ। ਇਹ ਕਿਹਾ ਜਾ ਰਿਹਾ ਕਿ ਸਬੂਤ ਮਿਟਾਉਣ ਦੇ ਲਈ ਹੀ ਇਹ ਕਤਲ ਕਰ ਦਿੱਤਾ ਗਿਆ ਕਿਉਂਕਿ ਕਈ ਰਾਜ਼ ਜਿਹੜੇ ਨੇ ਉਹ ਬਾਹਰ ਆ ਸਕਦੇ ਸਨ। ਤਾਂ ਪਾਕਿਸਤਾਨ ਦੇ ਲਾਹੌਰ ਦੇ ਵਿੱਚ ਦੱਸ ਦਈਏ ਕਿ ਆਮਿਰ ਤਾਂਬਾ ਮਾਰਿਆ ਗਿਆ ਹੈ ਔਰ ਅਣਪਛਾਤੇ ਹਮਲਾਵਰ ਨੇ ਆਮਿਰ ਤਾਂਬਾ ਨੂੰ ਗੋਲੀ ਮਾਰੀ ਹੈ। ਤਾਂ ਤਾਂਬਾ ਨੇ ਪਾਕਿਸਤਾਨ ਦੀ ਲਖਪਤ ਜੇਲ੍ਹ ਦੇ ਵਿੱਚ ਬੰਦ ਭਾਰਤੀ ਸਰਬਜੀਤ ਸਿੰਘ ਦਾ ਕਤਲ ਕੀਤਾ ਸੀ ਔਰ ਜਿਸ ਨੂੰ ਲੈ ਕੇ ਬਾਅਦ ਦੇ ਵਿੱਚ ਪਰਿਵਾਰ ਦੇ ਨਾਲ ਜ਼ਰੂਰ ਇਥੋਂ ਦੀ ਭਾਰਤ ਦੀ ਸਰਕਾਰ ਜਿਹੜੀ ਹੈ ਉਹ ਖੜੀ ਹੋਈ ਔਰ ਉਸ ਸਮੇਂ ਬੇਖਦ ਅਰਦਾਸਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਸਨ ਕਿ ਸਰਬਜੀਤ ਬਿਲਕੁਲ ਠੀਕ ਠਾਕ ਜਿਹੜਾ ਹੈ ਉਹ ਭਾਰਤ ਵਾਪਸ ਆ ਜਾਵੇ ਪਰਿਵਾਰ ਦੇ ਕੋਲ। ਪਰ ਅਜਿਹਾ ਨਹੀਂ ਸੀ ਹੋ ਸਕਿਆ। ਸਰਬਜੀਤ ਦਾ ਪਾਕਿਸਤਾਨ ਦੇ ਵਿੱਚ ਜੇਲ੍ਹ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਔਰ ਆਮਿਰ ਤਾਂਬਾ ਦੇ ਵੱਲੋਂ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਹ ਮਰਡਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਖੁਦ ਵੀ ਆਮਿਰ ਤਾਂਬਾ ਮਾਰਿਆ ਗਿਆ ਹੈ। ਕਿਸੇ ਅਣਪਛਾਤੇ ਨੇ ਗੋਲੀ ਚਲਾਈ ਹੈ ਪਰ ਪਰਿਵਾਰ ਦੇ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ। ਉਹਨਾਂ ਦਾ ਕਹਿਣਾ ਕਿ ਪਾਕਿਸਤਾਨ ਸਰਕਾਰ ਇਸ ਦੇ ਪਿੱਛੇ ਹੈ ਕਿਉਂਕਿ ਸਿੱਧੇ ਤੌਰ ਤੇ ਉਸ ਤੋਂ ਕਈ ਖੁਲਾਸੇ ਹੋ ਸਕਦੇ ਸੀ ਔਰ ਉਸ ਦੇ ਖੁਲਾਸੇ ਜਿਹੜੇ ਨੇ ਉਹ ਕਿਤੇ ਨਾ ਕਿਤੇ ਹੈਰਾਨੀਜਨਕ ਹੁੰਦੇ। ਤਾਂ ਇਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਜਾਣਬੁੱਝ ਕੇ ਕਤਲ ਕਰਵਾਇਆ ਗਿਆ। फल यहीं पर ही मिलता है, ये उसके कर्मों का ही फल है। लेकिन इसके साथ ही मुझे लगता है एक बहुत बड़ी साजिश भी है ये पाकिस्तान की ही सरकार की तरफ से, क्योंकि ऐसे हो सकता है बहुत सारे राज हों जो उनको लगता हो कि बाहर ना आ जाएं दुनिया के सामने, क्योंकि ये भी एक पाकिस्तान सरकार की और वहाँ की एजेंसियों की ही एक मिली भुगत के जो है कारण इन्होंने एक साजिश रच के ही मेरे पापा का वहाँ जेल में कत्ल करवाया था। नहीं, एक ऐसा देश जहाँ जिसको हम कहते ही हैं कि ये दुश्मन देश है और जो कि बिल्कुल किसी भी मानव अधिकारों का को नहीं मानता है, उसके इस टाइप के देश से आप क्या ही उम्मीद कर सकते हो। बहुत सारे प्रयास किए गए थे जब पापा जेल में थे और जब उनकी मृत्यु भी हुई उसके बाद भी हमने बहुत कोशिश की थी कि इसको इंटरनेशनल लेवल पे उठाया जाए कि उनकी हत्या आखिरकार कैसे की गई, जैसे कि जबकि वो एक हाई सिक्योरिटी जेल के अंदर थे, एक सॉलिटरी कन्फाइनमेंट में। ऐसी जगह पे जाना किसी आम कैदी जो बाकी वहाँ पर रह रहे थे उनके बस की बात नहीं थी बिना के अथॉरिटीज़ के वहाँ मिली भुगत के। तो ये अभी भी मैं चाहती हूँ कि इसका ये जैसा कि मुझे कल भी पूछा गया था कि आपको लगता है कि इंसाफ हुआ है, बल्कि मैं ये सोचती हूँ ये इंसाफ नहीं हुआ है। इंसाफ तब होता है अगर दुनिया के सामने इनका चेहरा बेनकाब हो।
ਜ਼ਿਕਰ ਹੀ ਹੋ ਗਿਆ ਕਿ ਸਰਬਜੀਤ ਅਣਜਾਣੇ ਦੇ ਵਿੱਚ 1990 ਦੇ ਵਿੱਚ ਪਾਕਿਸਤਾਨ ਚਲਾ ਗਿਆ ਸੀ। ਅੱਗੇ ਵਧਾਂਗੇ, ਸਲਮਾਨ ਖਾਨ ਦਾ ਜ਼ਿਕਰ ਕਰਾਂਗੇ ਤਾਂ ਸਲਮਾਨ ਖਾਨ ਦੇ ਘਰ ਤੇ ਫਾਇਰਿੰਗ ਮਾਮਲੇ ਦੀ ਜਾਂਚ ਤੇਜ਼ ਹੋ ਗਈ ਹੈ। ਮੁੰਬਈ ਕ੍ਰਾਈਮ ਬ੍ਰਾਂਚ ਨੂੰ ਦੱਸਦੇ ਕਿ ਮਾਮਲੇ ਦੀ ਜਾਂਚ ਸੌਂਪੀ ਗਈ ਸੀ ਤਾਂ ਕ੍ਰਾਈਮ ਬ੍ਰਾਂਚ ਦੀਆਂ 10 ਟੀਮਾਂ ਦੇ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਦੋਵੇਂ ਸ਼ੂਟਰਾਂ ਦੇ ਮੁੰਬਈ ਤੋਂ ਫਰਾਰ ਹੋਣ ਦੀ ਖਬਰ ਹੈ। ਸ਼ੂਟਰਾਂ ਦੀ ਤਲਾਸ਼ ਦੇ ਲਈ ਦੱਸਦੇ ਕਿ ਦੂਜੇ ਸੂਬਿਆਂ ਦੇ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਫਾਇਰਿੰਗ ਕਰਨ ਵਾਲੇ ਇੱਕ ਸ਼ੂਟਰ ਦੀ ਪਛਾਣ ਹੋਈ ਹੈ ਤਾਂ ਸ਼ੂਟਰ ਵਿਸ਼ਾਲ ਉਰਫ ਕਾਲੂ ਦੀ ਤਸਵੀਰ ਵੀ ਸਾਹਮਣੇ ਆ ਗਈ ਹੈ ਤਾਂ ਜਿਸ ਦੇ ਵੱਲੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਨੇ ਗੋਲੀਆਂ ਚਲਾਈਆਂ ਨੇ। ਇਸ ਦੀ ਪਛਾਣ ਹਰਿਆਣਾ ਦੇ ਗੁਰੂਗ੍ਰਾਮ ਦੇ ਰਹਿਣ ਵਾਲੇ ਸ਼ੂਟਰ ਵਿਸ਼ਾਲ ਦੇ ਰੂਪ ਦੇ ਵਿੱਚ ਹੋਈ ਹੈ। ਗੈਂਗਸਟਰ ਰੋਹਿਤ ਗੁਦਾਰਾ ਦੇ ਲਈ ਇਹ ਕੰਮ ਕਰਦਾ ਹੈ। ਲੁੱਟ ਖੋਹ ਦੇ ਕੇਸ ਦੇ ਵਿੱਚ ਦੱਸਦੇ ਕਿ ਜੇਲ੍ਹ ਵੀ ਜਾ ਚੁੱਕਿਆ ਹੈ। ਮੁਲਜ਼ਮਾਂ ਦੀ ਬਾਈਕ ਨੂੰ ਲੈ ਕੇ ਵੀ ਵੱਡਾ ਸੁਰਾਗ ਮਿਲਿਆ। ਸੋਰਸਿਸ ਇਹ ਕਹਿ ਰਹੇ ਨੇ ਕਿ ਮੁਲਜ਼ਮਾਂ ਨੇ ਰਾਏਗੜ੍ਹ ਤੋਂ ਇਹ ਬਾਈਕ ਖਰੀਦੀ ਸੀ ਔਰ ਮੁੰਬਈ ਪੁਲਿਸ ਬਾਈਕ ਦੇ ਪੇਪਰ ਚੈੱਕ ਕਰ ਰਹੀ ਹੈ ਤਾਂ ਕੱਲ ਸਲਮਾਨ ਖਾਨ ਦੇ ਘਰ ਦੇ ਬਾਹਰ ਦੱਸ ਦਈਏ ਕਿ ਦੋ ਸ਼ੂਟਰਾਂ ਦੇ ਵੱਲੋਂ ਕਰੀਬ 6 ਰਾਉਂਡ ਫਾਇਰਿੰਗ ਕੀਤੀ ਗਈ ਸੀ। ਹਾਲਾਂਕਿ ਇਸ ਦੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ, ਕਿਸੇ ਤਰ੍ਹਾਂ ਦੀ ਅਜਿਹੀ ਕੋਈ ਖਬਰ ਨਹੀਂ ਹੈ, ਪਰ ਤਸਵੀਰ ਦਿਖਾ ਰਹੇ ਹਾਂ ਇਸ ਸ਼ੂਟਰ ਦੀ ਤਸਵੀਰ ਜਿਹੜੀ ਹੈ ਸਾਹਮਣੇ ਆ ਗਈ। ਤਾਂ ਕੁੱਲ ਮਿਲਾ ਕੇ ਮੁਲਜ਼ਮਾਂ ਦੀ ਬਾਈਕ ਨੂੰ ਲੈ ਕੇ ਵੀ ਵੱਡਾ ਸੁਰਾਗ ਮਿਲਿਆ ਹੈ ਔਰ ਲਾਰੈਂਸ ਗੈਂਗ ਤੋਂ ਦੱਸਦੇ ਕਿ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਨੇ ਸਲਮਾਨ ਖਾਨ ਨੂੰ ਤਾਂ ਹਰ ਕੋਈ ਇੱਕਦਮ ਤੋਂ ਹੈਰਾਨ ਸੀ ਕਿ ਇਹਨੇ ਵੀਵੀਆਈਪੀ ਏਰੀਆ ਦੇ ਵਿੱਚ ਕਿਵੇਂ ਇਹ ਸ਼ੂਟਰ ਐਂਟਰੀ ਕਰ ਲੈਂਦੇ ਨੇ, ਕਿਵੇਂ ਇਹਨਾਂ ਦੇ ਵੱਲੋਂ ਗੋਲੀਆਂ ਵੀ ਚਲਾ ਦਿੱਤੀਆਂ ਜਾਂਦੀਆਂ ਨੇ। ਤਾਂ ਸੁਭਾਵਿਕ ਤੌਰ ਤੇ ਉਸ ਤੋਂ ਬਾਅਦ ਜਿਹੜੀ ਮਾਮਲੇ ਦੀ ਜਾਂਚ ਹੈ ਉਹ ਜ਼ਰੂਰ ਸੀਬੀਆਈ ਨੂੰ ਸੌਂਪ ਦਿੱਤੀ ਗਈ ਹੈ ਤਾਂ ਮੁੰਬਈ ਕ੍ਰਾਈਮ ਬ੍ਰਾਂਚ ਹੁਣ ਇਸ ਦਾ ਪੂਰਾ ਇੱਕ ਕਹਿ ਸਕਦੇ ਹਾਂ ਡੂੰਘਾਈ ਤੱਕ ਜਾਏਗੀ। ਔਰ ਇਹ ਵੀ ਮੰਨਿਆ ਜਾ ਰਿਹਾ ਸੀ, ਕੱਲ ਖਬਰ ਇਹ ਵੀ ਸੀ ਕਿ ਲਾਰੈਂਸ ਤੋਂ ਵੀ ਜੋ ਜੇਲ੍ਹ ਦੇ ਵਿੱਚ ਬੰਦ ਹੈ ਤਾਂ ਉਸ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ। ਅੱਗੇ ਵਧਾਂਗੇ ਤਾਂ 24 ਦੀਆਂ ਚੋਣਾਂ ਦਾ ਜ਼ਿਕਰ ਕਰਾਂਗੇ ਤਾਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਏ ਨੇ ਚਰਨਜੀਤ ਚੰਨੀ। ਜਲੰਧਰ ਤੋਂ ਟਿਕਟ ਮਿਲਣ ਤੋਂ ਬਾਅਦ ਗੁਰੂ ਘਰ ਨਤਮਸਤਕ ਹੋਏ ਨੇ, ਮੱਥਾ ਟੇਕਿਆ ਹੈ। ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾਂ ਦੱਸਦੇ ਕਿ ਵਾਹਿਗੁਰੂ ਦਾ ਆਸ਼ੀਰਵਾਦ ਲਿਆ ਗਿਆ ਹੈ ਤਾਂ ਲੋਕ ਸਭਾ ਹਲਕੇ ਜਲੰਧਰ ਦੇ 4 ਵਿਧਾਇਕ ਵੀ ਚੰਨੀ ਦੇ ਨਾਲ ਮੌਜੂਦ ਰਹੇ ਨੇ। ਵਿਧਾਇਕ ਪ੍ਰਗਟ ਸਿੰਘ, ਬਲਵਿੰਦਰ ਧਾਲੀਵਾਲ, ਸੁਖਵਿੰਦਰ ਕੋਟਲੀ, ਲਾਡੀ ਸ਼ੇਰੋਵਾਲੀਆ ਮੌਜੂਦ ਰਹੇ ਨੇ ਤਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਦੱਸਦੇ ਕਿ ਚੰਨੀ ਦਾ ਬਿਆਨ ਆਇਆ ਹੈ। ਪਹਿਲਾ ਬਿਆਨ ਅਸੀਂ ਇਹ ਕਹਿ ਸਕਦੇ ਹਾਂ ਟਿਕਟ ਮਿਲਣ ਤੋਂ ਬਾਅਦ ਉਹਨਾਂ ਕਿਹਾ ਕਿ ਮੈਂ ਸੁਦਾਮਾ ਬਣ ਕੇ ਆਇਆ ਹਾਂ ਔਰ ਜਲੰਧਰ ਦੀ ਜਨਤਾ ਮੈਨੂੰ ਕ੍ਰਿਸ਼ਨ ਬਣ ਕੇ ਸਾਂਭੇ। ਦਰਅਸਲ ਕੱਲ ਕਾਂਗਰਸ ਨੇ ਦੱਸਿਆ ਕਿ ਪੰਜਾਬ ਦੇ ਵਿੱਚ 6 ਉਮੀਦਵਾਰ ਉਤਾਰੇ ਨੇ। ਜਲੰਧਰ ਤੋਂ ਚਰਨਜੀਤ ਚੰਨੀ ਨੂੰ ਟਿਕਟ ਦਿੱਤੀ ਗਈ ਜਿਨ੍ਹਾਂ ਦੀ ਪੂਰੀ ਸੰਭਵਤਾ ਮੰਨੀ ਜਾ ਰਹੀ ਸੀ। ਸੰਗਰੂਰ ਤੋਂ ਸੁਖਪਾਲ ਖਹਿਰਾ ਦੇ ਦਾਅ ਖੇਡਿਆ ਗਿਆ ਹੈ। ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਉਤਾਰਿਆ ਗਿਆ ਹੈ। ਡਾਕਟਰ ਧਰਮਵੀਰ ਗਾਂਧੀ ਜੋ ਹਾਲ ਹੀ 'ਚ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਹੈ। ਪਟਿਆਲਾ 'ਚ ਪਰਨੀਤ ਕੌਰ ਦੇ ਖਿਲਾਫ ਮੈਦਾਨ 'ਚ ਉਤਾਰਿਆ ਗਿਆ ਹੈ। ਕਾਂਗਰਸ ਨੇ 2 ਮੌਜੂਦਾ ਸੰਸਦਾਂ ਨੂੰ ਮੁੜ ਮੈਦਾਨ 'ਚ ਉਤਾਰਿਆ ਹੈ। ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਨੂੰ ਦੱਸਦੇ ਕਿ ਮੁੜ ਮੌਕਾ ਦਿੱਤਾ ਗਿਆ ਹੈ। ਫਤਿਹਗੜ੍ਹ ਸਾਹਿਬ ਦਾ ਜ਼ਿਕਰ ਕੀਤਾ ਜਾਏ ਮੁੜ ਅਮਰ ਸਿੰਘ ਨੂੰ ਟਿਕਟ ਦਿੱਤੀ ਗਈ ਹੈ। ਜਸਬੀਰ ਡਿੰਪਾ ਤੇ ਮੁਹੰਮਦ ਸਦੀਕ ਦੀ ਹਲੇ ਟਿਕਟ ਹੋਲਡ ਕਰ ਲਈ ਗਈ ਹੈ। ਉਧਰ ਅਨੰਦਪੁਰ ਸਾਹਿਬ ਦਾ ਜ਼ਿਕਰ ਕੀਤਾ ਜਾਏ ਤਾਂ ਮੌਜੂਦਾ ਸੰਸਦ ਮਨੀਸ਼ ਤਿਵਾੜੀ ਨੂੰ ਕਾਂਗਰਸ ਨੇ ਇਸ ਵਾਰ ਚੰਡੀਗੜ੍ਹ ਤੋਂ ਉਮੀਦਵਾਰ ਬਣਾਇਆ ਹੈ। ਤਾਂ ਇੱਥੇ ਜ਼ਿਕਰ ਹੀ ਹੋ ਗਿਆ ਹੈ ਕਿ ਜਲੰਧਰ ਦੇ ਵਿੱਚ ਚੌਧਰੀ ਪਰਿਵਾਰ ਦੇ ਵੱਲੋਂ ਸੰਤੋਖ ਸਿੰਘ ਚੌਧਰੀ ਦੇ ਪਰਿਵਾਰ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ। ਇਹ ਪਹਿਲਾਂ ਹੀ ਉਹ ਦਾਅਵੇਦਾਰੀ ਪੇਸ਼ ਕਰ ਰਹੇ ਸਨ ਕਿ ਉੱਥੋਂ ਉਹਨਾਂ ਨੂੰ ਟਿਕਟ ਮਿਲਣੀ ਚਾਹੀਦੀ ਹੈ। ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਚਰਨਜੀਤ ਚੰਨੀ ਤਾਂ ਸਾਰੇ ਪੰਜਾਬ ਦੇ ਵਿੱਚ ਕਿਸੇ ਵੀ ਸੀਟ ਤੋਂ ਲੜ ਸਕਦੇ ਨੇ ਪਰ ਫਿਰ ਅਖਰਲਾ ਫੈਸਲਾ ਜਿਹੜਾ ਹੈ ਉਹ ਪਾਰਟੀ ਹਾਈ ਕਮਾਂਡ ਨੇ ਕੀਤਾ ਹੈ। ਤਾਂ ਕੁੱਲ ਮਿਲਾ ਕੇ ਇਹ ਸਿਨੈਰੀਓ ਬਣਦਾ ਹੋਇਆ ਨਜ਼ਰ ਆਏਗਾ। ਵੱਖੋ-ਵੱਖ ਸੀਟਾਂ ਦਾ ਅਸੀਂ ਕੀ ਕਰਕੇ ਜ਼ਿਕਰ ਕਰਾਂਗੇ। ਸਭ ਤੋਂ ਪਹਿਲਾਂ ਅੰਮ੍ਰਿਤਸਰ ਦੀ ਸੀਟ ਦਾ ਜ਼ਿਕਰ ਕੀਤਾ ਜਾਏ ਤਾਂ ਕਾਂਗਰਸ ਦੇ ਉਮੀਦਵਾਰਾਂ ਦੀ ਇਹ ਲਿਸਟ ਹੈ। ਤਾਂ ਪਹਿਲਾ ਬਿਆਨ ਸੁਣਦੇ ਹਾਂ। ਚਰਨਜੀਤ ਚੰਨੀ ਕਹਿ ਰਹੇ ਨੇ ਕਿ ਉਹ ਸੁਦਾਮਾ ਬਣ ਕੇ ਜਲੰਧਰ ਗਏ ਨੇ ਔਰ ਜਲੰਧਰ ਦੀ ਜਨਤਾ ਕ੍ਰਿਸ਼ਨ ਬਣ ਕੇ ਉਹਨਾਂ ਨੂੰ ਅਪਣਾਏ। ਤਾਂ ਸੁਭਾਵਿਕ ਤੌਰ ਤੇ ਇਹ ਬਿਆਨ ਜਿਹੜਾ ਹੈ ਉਹ ਬਿਲਕੁਲ ਜਿਸ ਤਰੀਕੇ ਦੇ ਨਾਲ ਚਰਨਜੀਤ ਚੰਨੀ ਦਾ ਕਿਰਦਾਰ ਹੈ ਔਰ ਜਿਵੇਂ ਉਹ ਲੋਕਾਂ ਦੇ ਵਿੱਚ ਵਿਚਰਦੇ ਨੇ ਆਪਣੇ ਸੀਐਮ ਬਤੌਰ ਜਦੋਂ ਸਨ ਉਸ ਸਮੇਂ ਦੇ ਕਾਰਜਕਾਲ ਦੇ ਦੌਰਾਨ ਜਿਵੇਂ ਲੋਕਾਂ ਦੇ ਵਿੱਚ ਉਹਨਾਂ ਨੇ ਇੱਕ ਆਪਣਾ ਵੱਖਰਾ ਹੀ ਪਛਾਣ ਬਣਾਈ, ਇੱਕ ਵੱਖਰਾ ਹੀ ਉਹਨਾਂ ਦਾ ਆਪਣਾ ਅੰਦਾਜ਼ ਹੈ ਤਾਂ ਉਸੇ ਅੰਦਾਜ਼ ਦੇ ਵਿੱਚ ਇਹ ਪਹਿਲਾ ਬਿਆਨ ਚਰਨਜੀਤ ਚੰਨੀ ਦਾ ਸਾਹਮਣੇ ਆਇਆ। ਦੁਆਬੇ ਵਿੱਚ ਜਲੰਧਰ ਤੋਂ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਉਸ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਆਏ ਹੈ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਵਾਜ ਗੁਸਈਆ ਮੇਰਾ ਮਾਥੇ ਛਤਰ ਧਰੈ। ਮੈਂ ਸੇਵਕ ਬਣ ਕੇ ਜਲੰਧਰ ਔਰ ਦੁਆਬੇ ਵਿੱਚ ਮਾਲਕਾਂ ਕੋਲ ਜਾਣਾ ਹੈ। ਜਿਸ ਤਰ੍ਹਾਂ
ਸੁਦਾਮਾ ਆਪਣੇ ਕ੍ਰਿਸ਼ਨ ਕੋਲ ਗਿਆ ਤੇ ਕ੍ਰਿਸ਼ਨ ਨੇ ਨਵਾਜਿਆ, ਮੈਂ ਉਸੇ ਤਰੀਕੇ ਸੁਦਾਮਾ ਬਣ ਕੇ ਦੁਆਬੇ ਵਿੱਚ ਜਲੰਧਰ ਜਾ ਰਿਹਾ ਤੇ ਮੈਂ ਜਲੰਧਰ ਨਿਵਾਸੀਆਂ ਨੂੰ, ਦੁਆਬੇ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਮੈਨੂੰ ਕ੍ਰਿਸ਼ਨ, ਸ਼੍ਰੀ ਕ੍ਰਿਸ਼ਨ ਜੀ ਬਣ ਕੇ ਸੰਭਾਲੋ। ਤੇ ਇਹੀ ਮੇਰੀ ਅਰਦਾਸ ਹੈ। ਇਹੀ ਅਰਦਾਸ ਮੈਂ ਅੱਜ ਸ਼੍ਰੀ ਹਰਮੰਦਰ ਸਾਹਿਬ ਆ ਕੇ ਕੀਤੀ ਹੈ ਕਿ ਮੈਨੂੰ ਬਲ ਦੇਵੇ ਵਾਹਿਗੁਰੂ ਕਿ ਮੈਂ ਲੋਕਾਂ ਦੀ ਸੇਵਾ ਕਰ ਸਕਾਂ, ਜੋ ਮੇਰੇ ਤੇ ਆਸਾਂ ਉਮੀਦਾਂ ਲੱਗੀਆਂ ਮੈਂ ਉਹਨਾਂ ਤੇ ਪੂਰਾ ਉਤਰ ਸਕਾਂ। ਤਾਂ ਕੁੱਲ ਮਿਲਾ ਕੇ ਕਾਂਗਰਸ ਦੇ 6 ਉਮੀਦਵਾਰ ਉਤਾਰਨ ਤੋਂ ਬਾਅਦ ਲਗਭਗ ਕਈ ਸੀਟਾਂ ਤੇ ਦੱਸ ਦਈਏ ਕਿ ਪਿਕਚਰ ਕਲੀਅਰ ਹੁੰਦੀ ਹੋਈ ਨਜ਼ਰ ਆ ਰਹੀ ਹੈ, ਕਿਉਂਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ 9 ਉਮੀਦਵਾਰ ਆਪਣੇ ਚੋਣ ਮੈਦਾਨ ਦੇ ਵਿੱਚ ਉਤਾਰ ਚੁੱਕੀ ਹੈ। ਬੀਜੇਪੀ ਦੇ ਵੱਲੋਂ ਵੀ ਉਮੀਦਵਾਰ ਉਤਾਰੇ ਜਾ ਚੁੱਕੇ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ। ਤਾਂ ਇੱਕ ਸੀਟ ਜਿਹੜੀ ਹੈ ਅਸੀਂ ਉਸ ਤੇ ਨਜ਼ਰ ਪਾਵਾਂਗੇ। ਸ਼ੁਰੂਆਤ ਕਰਾਂਗੇ ਮਾਝੇ ਤੋਂ, ਅੰਮ੍ਰਿਤਸਰ ਤੋਂ। ਸਭ ਤੋਂ ਪਹਿਲਾਂ ਕੁਲਦੀਪ ਧਾਲੀਵਾਲ ਉਮੀਦਵਾਰ ਨੇ, ਕੈਬਨਿਟ ਮੰਤਰੀ ਨੇ। ਗੁਰਜੀਤ ਔਜਲਾ ਮੌਜੂਦਾ ਸਾਂਸਦ ਨੇ, ਕਾਂਗਰਸ ਤੋਂ ਚੋਣ ਮੈਦਾਨ ਛੋਣਗੇ। ਅਨਿਲ ਜੋਸ਼ੀ ਤੇ ਦਾ ਖੇਡਿਆ ਗਿਆ ਹੈ, ਬੀਜੇਪੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਏ ਸੀ ਪਰ ਵੱਡਾ ਚਿਹਰਾ ਨੇ, ਤਾਂ ਉਹਨਾਂ ਤੇ ਦਾ ਖੇਡਿਆ ਗਿਆ। ਤਰਨਜੀਤ ਸਿੰਘ ਸੰਧੂ ਬੀਜੇਪੀ ਤੋਂ ਉਮੀਦਵਾਰ ਹੋਣਗੇ ਤਾਂ ਸਾਬਕਾ ਅੰਬੈਸਡਰ ਨੇ ਔਰ ਕਿਸ ਤਰੀਕੇ ਦੇ ਨਾਲ ਚੋਣ ਲੜੀ ਜਾਏਗੀ ਵੇਖਣਾ ਹੋਏਗਾ। ਅਗਲੀ ਸੀਟ ਪਟਿਆਲਾ ਦਾ ਰੁਖ ਕਰਾਂਗੇ ਤਾਂ ਬਲਬੀਰ ਸਿੰਘ ਕੈਬਨਿਟ ਮੰਤਰੀ ਆਮ ਆਦਮੀ ਪਾਰਟੀ ਤੋਂ ਚੋਣ ਮੈਦਾਨ ਦੇ ਵਿੱਚ ਨੇ ਔਰ ਪਟਿਆਲਾ ਸੀਟ ਦਾ ਜ਼ਿਕਰ ਕਰਾਂਗੇ। ਉਸ ਤੋਂ ਬਾਅਦ ਕਾਂਗਰਸ ਦਾ ਜ਼ਿਕਰ ਕੀਤਾ ਜਾਏ ਤਾਂ ਡਾਕਟਰ ਧਰਮਵੀਰ ਗਾਂਧੀ ਜੋ ਪਹਿਲਾਂ ਆਮ ਆਦਮੀ ਪਾਰਟੀ ਤੋਂ ਚੋਣ ਲੜੇ ਔਰ ਅੱਜ ਕੱਲ ਕਾਂਗਰਸ ਨੇ, ਤਾਂ ਇੱਥੇ ਦਾ ਇਹਨਾਂ ਤੇ ਖੇਡਿਆ ਗਿਆ ਹੈ। ਐਨਕੇ ਸ਼ਰਮਾ ਸ਼੍ਰੋਮਣੀ ਅਕਾਲੀ ਦਲ ਤੋਂ ਉਮੀਦਵਾਰ ਹੋਣਗੇ ਤੇ ਪਰਨੀਤ ਕੌਰ ਬੀਜੇਪੀ ਤੋਂ ਉਮੀਦਵਾਰ ਹੋਣਗੇ। ਤਾਂ ਇਥੋਂ ਇਹ ਤਸਵੀਰ ਜਿਹੜੀ ਹੈ ਲਗਭਗ ਕਲੀਅਰ ਹੋ ਗਈ ਹੈ, ਸਾਫ਼ ਹੋ ਗਈ ਹੈ। ਤਾਂ ਚਾਰੇ ਕੈਂਡੀਡੇਟ ਇਥੋਂ ਉਤਾਰ ਦਿੱਤੇ ਗਏ ਨੇ। ਅਗਲੀ ਸੀਟ ਦਾ ਰੁਖ ਕਰਦੇ ਹਾਂ। ਜਲੰਧਰ ਸੀਟ ਦੇ ਵਿੱਚ ਅਜੇ ਇੱਕ ਸਵਾਲੀਆ ਨਿਸ਼ਾਨ ਲੱਗਿਆ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤੇ, ਪਰ ਬਾਕੀ ਦੇ 3 ਉਮੀਦਵਾਰ ਉਤਾਰ ਦਿੱਤੇ ਗਏ ਨੇ। ਪਵਨ ਕੁਮਾਰ ਟਿੰਕੂ ਨੂੰ ਆਮ ਆਦਮੀ ਪਾਰਟੀ ਤੋਂ ਦੱਸ ਦਈਏ ਕਿ ਸੰਭਾਵੀ ਉਮੀਦਵਾਰ ਜ਼ਰੂਰ ਮੰਨਿਆ ਜਾ ਰਿਹਾ ਹੈ। ਚਰਨਜੀਤ ਚੰਨੀ ਇੱਥੋਂ ਕਾਂਗਰਸ ਦੇ ਵੱਲੋਂ ਉਮੀਦਵਾਰ ਐਲਾਨ ਦਿੱਤੇ ਗਏ ਨੇ। ਤਾਂ ਸ਼੍ਰੋਮਣੀ ਅਕਾਲੀ ਦਲ ਦਾ ਐਲਾਨ ਅਜੇ ਬਾਕੀ ਹੈ। ਸੁਸ਼ੀਲ ਕੁਮਾਰ ਰਿੰਕੂ ਬੀਜੇਪੀ ਦੇ ਉਮੀਦਵਾਰ ਹੋਣਗੇ, ਹਾਲਾਂਕਿ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਪਹਿਲਾਂ ਟਿਕਟ ਦਿੱਤੀ ਸੀ ਪਰ ਹੁਣ ਇੱਥੇ ਇਹ ਬੀਜੇਪੀ ਤੋਂ ਚੋਣ ਲੜ ਰਹੇ ਨੇ। ਤਾਂ ਜਲੰਧਰ ਦੀ ਸੀਟ ਜਿਹੜੀ ਹੈ ਲਗਭਗ ਜਿਹੜੀ ਹੈ ਫਾਈਟ ਕਲੀਅਰ ਹੈ, ਹਾਲਾਂਕਿ ਇੱਥੇ ਇੱਕ ਸੰਭਾਵੀ ਉਮੀਦਵਾਰ ਤਾਂ ਅਜੇ ਇੱਕ ਦਾ ਐਲਾਨ ਹੋਣਾ ਬਾਕੀ ਹੈ। ਅਗਲੀ ਸੀਟ ਦੇ ਵੱਲ ਰੁਖ ਕਰਾਂਗੇ। ਕੁੱਲ ਮਿਲਾ ਕੇ ਕੁਝ ਜਿਹੜੀ ਅਸੀਂ ਕਹਿ ਸਕਦੇ ਪਿਕਚਰ ਜਿਹੜੀ ਹੈ ਸਾਫ਼ ਹੁੰਦੀ ਹੋਈ ਨਜ਼ਰ ਆ ਰਹੀ। ਸੰਗਰੂਰ ਬੇਹੱਦ ਹਾਈ ਪ੍ਰੋਫਾਈਲ ਸੀਟ ਹੈ। ਮੀਤ ਹੇਅਰ ਨੂੰ ਇੱਥੇ ਚੋਣ ਮੈਦਾਨ ਚ ਉਤਾਰਿਆ ਗਿਆ ਹੈ। ਕੈਬਨਿਟ ਮੰਤਰੀ ਨੇ ਸੁਖਪਾਲ ਸਿੰਘ ਖਹਿਰਾ ਕਾਂਗਰਸ ਤੋਂ, ਹਾਲਾਂਕਿ ਪਹਿਲਾਂ ਖਡੂਰ ਸਾਹਿਬ ਤੋਂ ਚੋਣ ਲੜਦੇ ਆਏ ਨੇ ਪਰ ਇਸ ਵਾਰ ਸੁਖਪਾਲ ਸਿੰਘ ਖਹਿਰਾ ਨੂੰ ਸੰਗਰੂਰ ਸੀਟ ਦਿੱਤੀ ਗਈ ਹੈ। ਇਕਬਾਲ ਸਿੰਘ ਝੁੰਦਾ ਸ਼੍ਰੋਮਣੀ ਅਕਾਲੀ ਦਲ ਤੋਂ ਚੋਣ ਮੈਦਾਨ ਚ ਹੋਣਗੇ ਪਰ ਦੂਸਰੇ ਪਾਸੇ ਢੀਂਡਸਾ ਪਰਿਵਾਰ ਇਹਨਾਂ ਦੇ ਖਿਲਾਫ ਜਾਂ ਕਹਿ ਲਈਏ ਕਿ ਨਾਰਾਜ਼ ਹੈ। ਤਾਂ ਅਜੇ ਬੀਜੇਪੀ ਦਾ ਐਲਾਨ ਹੋਣਾ ਬਾਕੀ ਹੈ। ਇੱਥੋਂ ਕੈਂਡੀਡੇਟ ਦਾ ਸਿਮਰਨਜੀਤ ਸਿੰਘ ਮਾਨ ਮੌਜੂਦਾ ਸੰਸਦ ਮੈਂਬਰ ਨੇ। ਇੱਥੇ ਫਾਈਟ ਥੋੜੀ ਅਸੀਂ ਕਹਿ ਸਕਦੇ ਹਾਂ ਕਿ ਜ਼ਿਆਦਾ ਥੋੜੀ ਔਖੀ ਹੈ ਸਾਰੇ ਉਮੀਦਵਾਰਾਂ ਦੇ ਲਈ। ਤਾਂ ਬਠਿੰਡਾ ਦੀ ਸਿਆਸੀ ਫਾਈਟ ਦਾ ਜ਼ਿਕਰ ਕਰਾਂਗੇ, ਇਹ ਵੀ ਬੇਹੱਦ ਅਹਿਮ ਸੀਟ ਹੈ, ਹਾਈ ਪ੍ਰੋਫਾਈਲ ਹੈ। ਗੁਰਮੀਤ ਸਿੰਘ ਖੁੱਡੀਆਂ ਮੌਜੂਦਾ ਕੈਬਨਿਟ ਮੰਤਰੀ ਨੇ ਆਮ ਆਦਮੀ ਪਾਰਟੀ ਤੋਂ ਚੋਣ ਲੜਨਗੇ ਤਾਂ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਕਾਂਗਰਸ ਨੇ ਟਿਕਟ ਦਿੱਤੀ ਹੈ। ਹਰਸਿਮਰਤ ਕੌਰ ਬਾਦਲ ਸੰਭਾਵੀ ਉਮੀਦਵਾਰ ਨੇ, ਲਗਭਗ ਮੰਨਿਆ ਜਾ ਰਿਹਾ, ਹਾਲਾਂਕਿ ਅਨਾਉਂਸ ਹੋਣਾ ਬਾਕੀ ਹੈ। ਪਰਮਪਾਲ ਕੌਰ ਇੱਥੇ ਅਜੇ ਅਨਾਉਂਸ ਹੋਣੇ ਬਾਕੀ ਨੇ, ਬੀਜੇਪੀ ਤੋਂ ਉਮੀਦਵਾਰ ਹੋ ਸਕਦੇ ਨੇ। ਲੱਖਾ ਸਿਧਾਣਾ ਵੀ ਜਿਹੜੇ ਨੇ ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ, ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ। ਤਾਂ ਇੱਥੇ ਵੀ 5 ਕੋਣਾ ਮੁਕਾਬਲਾ ਸਾਨੂੰ ਨਜ਼ਰ ਆ ਰਿਹਾ ਹੈ। ਫਤਿਹਗੜ੍ਹ ਸਾਹਿਬ ਦੀ ਸੀਟ ਦਾ ਜ਼ਿਕਰ ਕਰਾਂਗੇ। ਗੁਰਪ੍ਰੀਤ ਸਿੰਘ ਜੀਪੀ ਕਾਂਗਰਸ ਤੋਂ ਆਮ ਆਦਮੀ ਪਾਰਟੀ ਚਾਹੁੰਦੇ ਨੇ, ਉਮੀਦਵਾਰ ਐਲਾਨ ਦਿੱਤੇ ਗਏ, ਆਮ ਆਦਮੀ ਪਾਰਟੀ ਤੋਂ ਚੋਣ ਲੜਨਗੇ। ਅਮਰ ਸਿੰਘ ਮੌਜੂਦਾ ਸਾਂਸਦ ਨੇ। ਉਸ ਤੋਂ ਬਾਅਦ ਅਗਲਾ ਚਿਹਰਾ ਬਿਕਰਮਜੀਤ ਸਿੰਘ ਨੇ, ਸ਼੍ਰੋਮਣੀ ਅਕਾਲੀ ਦਲ ਤੋਂ ਉਮੀਦਵਾਰ ਐਲਾਨ ਦਿੱਤੇ ਗਏ ਨੇ ਪਰ ਬੀਜੇਪੀ ਦਾ ਚਿਹਰਾ ਹਜੇ ਇੱਥੋਂ ਆਉਣਾ ਬਾਕੀ ਹੈ, ਅਜੇ ਸਸਪੈਂਸ ਬਣਿਆ ਹੋਇਆ। ਉਸ ਤੋਂ ਬਾਅਦ ਅਗਲੀ ਸੀਟ ਆਨੰਦਪੁਰ ਸਾਹਿਬ ਸੀਟ ਪੰਥਕ ਸੀਟ ਹੈ। ਮਲਵਿੰਦਰ ਸਿੰਘ ਕੰਗ ਨੂੰ ਇੱਥੇ ਚੋਣ ਮੈਦਾਨ 'ਚ ਆਮ ਆਦਮੀ ਪਾਰਟੀ ਨੇ ਉਤਾਰਿਆ ਹੈ। ਚੰਗੇ ਬੁਲਾਰੇ ਨੇ ਮੁੱਖ ਸਪੋਕਸਪਰਸਨ ਨੇ ਔਰ ਕਾਂਗਰਸ ਦਾ ਅਜੇ ਐਲਾਨ ਹੋਣਾ ਬਾਕੀ ਹੈ ਕਿਹੜਾ ਉਮੀਦਵਾਰ ਹੋਏਗਾ। ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਸਾਂਸਦ ਨੇ ਔਰ ਵੱਡਾ ਚਿਹਰਾ ਨੇ, ਸ਼੍ਰੋਮਣੀ ਅਕਾਲੀ ਦਲ ਦਾ ਚੋਣ ਮੈਦਾਨ 'ਚ ਹੋਣਗੇ। ਬੀਜੇਪੀ ਦਾ ਐਲਾਨ ਹੋਣਾ ਅਜੇ ਬਾਕੀ ਹੈ, ਇੱਥੋਂ ਕਿਹੜੇ ਉਮੀਦਵਾਰ ਹੁੰਦੇ ਨੇ ਇਹਦੀ ਅਜੇ ਸਸਪੈਂਸ ਬਣਿਆ ਹੋਇਆ ਹੈ। ਤਾਂ ਅਗਲੀ ਸੀਟ ਦਾ ਰੁਖ ਕਰਾਂਗੇ। ਫਰੀਦਕੋਟ ਇਹ ਵੀ ਬੇਹੱਦ ਅਸੀਂ ਕਹਿ ਸਕਦੇ ਦਿਲਚਸਪ ਸੀਟ ਹੈ ਇਸ ਵੇਲੇ। ਉਮੀਦਵਾਰ ਕਰਮਜੀਤ ਅਨਮੋਲ ਨੇ ਆਮ ਆਦਮੀ ਪਾਰਟੀ ਤੋਂ, ਕਲਾਕਾਰ ਨੇ, ਕਾਂਗਰਸ ਦਾ ਐਲਾਨ ਹੋਣਾ ਬਾਕੀ ਹੈ। ਹਾਲਾਂਕਿ ਇੱਥੋਂ ਅਜੇ ਹੋਲਡ ਕਰ ਦਿੱਤੀ ਗਈ ਮੌਜੂਦਾ ਸੰਸਦ ਮੁਹੰਮਦ ਸਦੀਕ ਦੀ ਟਿਕਟ। ਰਾਜਵਿੰਦਰ ਸਿੰਘ ਚੋਣ ਮੈਦਾਨ 'ਚ ਨੇ ਸ਼੍ਰੋਮਣੀ ਅਕਾਲੀ ਦਲ ਤੋਂ। ਹੰਸਰਾਜ ਹੰਸ ਵੀ ਇੱਕ ਕਲਾਕਾਰ ਨੇ, ਖਾਸ ਤੌਰ ਤੇ ਗਾਇਕ ਨੇ ਔਰ ਪਹਿਲਾਂ ਵੀ ਸੰਸਦ ਰਹੇ, ਯਾਨੀ ਕਿ ਮੌਜੂਦਾ ਸੰਸਦ ਨੇ ਦਿੱਲੀ ਤੋਂ ਪਰ ਪੰਜਾਬ ਤੋਂ ਹੁਣ ਚੋਣ ਲੜਨਗੇ ਬੀਜੇਪੀ ਤੋਂ। ਗੁਰਦਾਸਪੁਰ ਦੀ ਸੀਟ ਦਾ ਜ਼ਿਕਰ ਕਰਾਂਗੇ। ਇਹ ਵੀ ਅਜੇ 2 ਕੁਐਸਚਨ ਮਾਰਕ ਲੱਗੇ ਹੋਏ ਨੇ।
ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਦੋਵੇਂ ਕੁਐਸਚਨ ਮਾਰਕ ਅਜੇ ਬਣੇ ਹੋਏ ਨੇ, ਯਾਨੀ ਕਿ ਕੋਈ ਐਲਾਨ ਨਹੀਂ ਹੋਇਆ। ਦਲਜੀਤ ਚੀਮਾ ਪਰ ਇਥੋਂ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਮੈਦਾਨ 'ਚ ਉਤਾਰ ਦਿੱਤੇ ਨੇ। ਉਸ ਤੋਂ ਬਾਅਦ ਲੋਕਲ ਲੀਡਰ ਦਿਨੇਸ਼ ਬੱਬੂ ਤੇ ਬੀਜੇਪੀ ਦੇ ਵੱਲੋਂ ਇੱਕ ਦਾ ਖੇਡਿਆ ਗਿਆ ਹੈ, ਉਮੀਦਵਾਰ ਐਲਾਨ ਦਿੱਤਾ ਗਿਆ। ਤਾਂ ਇੱਥੇ ਪਿਕਚਰ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਅਜੇ ਥੋੜੀ ਸਾਨੂੰ ਧੁੰਦਲੀ ਨਜ਼ਰ ਆ ਰਹੀ ਹੈ ਗੁਰਦਾਸਪੁਰ ਦੇ ਵਿੱਚ। ਅਗਲੀ ਸੀਟ ਹੁਸ਼ਿਆਰਪੁਰ ਦਾ ਰੁਖ ਕਰਾਂਗੇ। ਇਹ ਵੀ ਅਜੇ 3 ਸਵਾਲੀਆ ਨਿਸ਼ਾਨ ਲੱਗੇ ਹੋਏ ਨੇ, 3 ਚਿਹਰੇ ਆਉਣੇ ਬਾਕੀ ਨੇ। ਸਿਰਫ ਰਾਜਕੁਮਾਰ ਚੱਬੇਵਾਲ ਜਿਹੜੇ ਕਿ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ, ਇਹਨਾਂ ਤੇ ਦਾ ਖੇਡਿਆ ਗਿਆ, ਉਮੀਦਵਾਰ ਐਲਾਨ ਦਿੱਤਾ ਗਿਆ। ਬਾਕੀ 3 ਚਿਹਰੇ ਅਜੇ ਐਲਾਨੇ ਜਿਹੜੇ ਨੇ ਬਾਕੀ ਨੇ। ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਬੀਜੇਪੀ ਦੀ ਪਿਕਚਰ ਅਜੇ ਸਾਫ਼ ਨਹੀਂ ਹੋਈ। ਖਡੂਰ ਸਾਹਿਬ ਪੰਥਕ ਸੀਟ ਹੈ ਤਾਂ ਇਥੋਂ ਲਾਲਜੀਤ ਸਿੰਘ ਭੁੱਲਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਹੈ। ਕੈਬਨਿਟ ਮੰਤਰੀ ਨੇ, ਵੱਡਾ ਚਿਹਰਾ ਨੇ। ਬਾਕੀ ਕੀ ਸ਼੍ਰੋਮਣੀ ਅਕਾਲੀ ਦਲ ਤੋਂ ਬੀਬੀ ਜਗੀਰ ਕੌਰ ਹੋਣਗੇ, ਇਹ ਵੀ ਸਸਪੈਂਸ ਹੈ ਕਿਉਂਕਿ ਹਰ ਵਾਰ ਲਗਭਗ ਇੱਥੋਂ ਚੋਣ ਲੜਦੇ ਨੇ। ਬੀਜੇਪੀ ਤੋਂ ਕੌਣ ਹੋਏਗਾ, ਕਾਂਗਰਸ ਤੋਂ ਕੌਣ ਹੋਏਗਾ, ਇਹ ਵੀ ਅਜੇ ਸਵਾਲ ਜਿਹੜਾ ਹੈ ਇੱਥੇ ਬਣਿਆ ਹੋਇਆ ਹੈ। ਤਾਂ ਇਹਨਾਂ ਦੇ ਐਲਾਨ ਤਿੰਨਾਂ ਦੇ ਬਾਕੀ ਨੇ। ਅਗਲੀ ਸੀਟ ਦਾ ਰੁਖ ਕਰਾਂਗੇ ਤਾਂ ਵੱਖ-ਵੱਖ ਸੀਟਾਂ ਜਿਹੜੀਆਂ ਨੇ ਅਸੀਂ ਜ਼ਿਕਰ ਕਰ ਰਹੇ ਹਾਂ। ਲੁਧਿਆਣਾ ਦੀ ਪਿਕਚਰ ਜਿਹੜੀ ਲਗਭਗ ਅਜੇ ਸਸਪੈਂਸ ਦੇ ਵਿੱਚ ਹੈ ਕਿਉਂਕਿ ਕਾਂਗਰਸ ਤੋਂ ਚਲੇ ਗਏ ਰਵਨੀਤ ਬਿੱਟੂ ਬੀਜੇਪੀ ਦੇ ਵਿੱਚ, ਉਸ ਤੋਂ ਬਾਅਦ ਕੈਂਡੀਡੇਟ ਉਤਾਰ ਦਿੱਤੇ ਗਏ ਨੇ। ਪਰ ਬਾਕੀ ਜਿਹੜੇ 3 ਅਜੇ ਕਹਿ ਸਕਦੇ ਹਾਂ ਸੀਟਾਂ ਪੂਰੀਆਂ, ਯਾਨੀ ਕਿ ਉਮੀਦਵਾਰ ਤਿੰਨੋਂ ਪਾਰਟੀਆਂ ਦੇ ਅਜੇ ਪੈਂਡਿੰਗ ਨੇ, ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ। ਤਾਂ ਇੱਥੋਂ ਕੌਣ ਹੋਏਗਾ ਇਹ ਵੀ ਅਜੇ ਸਵਾਲੀਆ ਨਿਸ਼ਾਨ ਹੈ। ਤਾਂ ਕਹਿ ਸਕਦੇ ਦਿਲਚਸਪ ਵੀ ਹੋਏਗਾ। ਫਿਰੋਜ਼ਪੁਰ ਦੇ ਵਿੱਚ ਪੂਰਾ ਅਜੇ ਸਸਪੈਂਸ ਬਰਕਰਾਰ ਹੈ। ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਬੀਜੇਪੀ ਦੇ ਵੱਲੋਂ ਕਿਸੇ ਦੇ ਵੱਲੋਂ ਵੀ ਅਜੇ ਕੈਂਡੀਡੇਟ ਉਤਾਰਿਆ ਨਹੀਂ ਗਿਆ। ਪਰ ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਇਥੋਂ ਮੌਜੂਦਾ ਸੰਸਦ ਨੇ ਅਤੇ ਇਥੋਂ ਇਸ ਵਾਰ ਉਹ ਚੋਣ ਲਗਭਗ ਇਹ ਮੰਨਿਆ ਜਾ ਰਿਹਾ ਕਿ ਨਹੀਂ ਲੜਨਗੇ ਜਾਂ ਕਿਸੇ ਵੀ ਸੀਟ ਤੋਂ ਨਹੀਂ ਲੜਨਗੇ, ਇਹ ਮੰਨਿਆ ਜਾ ਰਿਹਾ। ਤਾਂ ਵੇਖਣਾ ਹੋਏਗਾ ਕਿ 4 ਉਮੀਦਵਾਰਾਂ ਦੇ ਇੱਥੇ ਨਾਂ ਕੀ ਹੁੰਦੇ ਨੇ। ਐਲਾਨ ਹੋਣਾ ਅਜੇ ਬਾਕੀ ਹੈ। ਤਾਂ ਕੁੱਲ ਮਿਲਾ ਕੇ ਕੁਝ ਸੀਟਾਂ ਤੇ ਪਿਕਚਰ ਅਜੇ ਕਲੀਅਰ ਹੈ। ਤਾਂ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਇਹ ਚਿਹਰੇ ਕੁਲਦੀਪ ਸਿੰਘ ਧਾਲੀਵਾਲ ਅੰਮ੍ਰਿਤਸਰ, ਮੀਤ ਹੇਅਰ ਸੰਗਰੂਰ, ਬਲਬੀਰ ਸਿੰਘ ਪਟਿਆਲਾ, ਗੁਰਪ੍ਰੀਤ ਸਿੰਘ ਜੀਪੀ ਫਤਿਹਗੜ੍ਹ ਸਾਹਿਬ, ਕਰਮਜੀਤ ਅਨਮੋਲ ਪਹਿਲੀ ਵਾਰ ਦੇ ਉਮੀਦਵਾਰ, ਇਹ ਕਹਿ ਲਈਏ ਕਿ ਪਹਿਲੀ ਵਾਰ ਚੋਣ ਲੜ ਰਹੇ ਨੇ। ਕਰਮਜੀਤ ਅਨਮੋਲ ਫਰੀਦਕੋਟ ਤੋਂ, ਲਾਲਜੀਤ ਸਿੰਘ ਭੁੱਲਰ ਖਡੂਰ ਸਾਹਿਬ, ਗੁਰਮੀਤ ਸਿੰਘ ਖੁੱਡੀਆਂ ਬਠਿੰਡਾ, ਰਾਜਕੁਮਾਰ ਚੱਬੇਵਾਲ ਜਿਹੜੇ ਨੇ ਉਹਨਾਂ ਨੂੰ ਵੀ ਟਿਕਟ ਜਿਹੜੀ ਹੈ ਉਹ ਦੇ ਦਿੱਤੀ ਗਈ। ਤਾਂ ਇਹ ਤਸਵੀਰ ਅਗਲੀ ਕਾਂਗਰਸ ਦਾ ਜ਼ਿਕਰ ਕਰਾਂਗੇ ਤਾਂ ਇਥੋਂ ਅੰਮ੍ਰਿਤਸਰ, ਪਟਿਆਲਾ, ਸੰਗਰੂਰ, ਜਲੰਧਰ, ਬਠਿੰਡਾ, ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਐਲਾਨ ਦਿੱਤੇ ਗਏ ਨੇ। ਤਾਂ ਬਾਕੀ ਸੀਟਾਂ ਅਜੇ ਬਾਕੀ ਨੇ। ਤਾਂ ਕੁੱਲ ਮਿਲਾ ਕੇ ਇਹ ਪਿਕਚਰ ਕਾਂਗਰਸ ਦੀ ਅਜੇ ਅਸੀਂ ਕਹਿ ਸਕਦੇ ਹਾਂ ਕਿ ਅੱਧੀ ਜਿਹੜੀ ਸਾਨੂੰ ਕਲੀਅਰ ਨਜ਼ਰ ਆ ਰਹੀ ਹੈ, ਪਰ ਅਜੇ ਅੱਧਿਆਂ ਤੇ ਐਲਾਨ ਹੋਣਾ ਬਾਕੀ ਹੈ। ਤਾਂ ਇਹ ਕਾਂਗਰਸ ਦੇ ਉਮੀਦਵਾਰ ਸਾਨੂੰ ਨਜ਼ਰ ਆ ਰਹੇ ਨੇ ਔਰ ਲਗਭਗ ਸਾਰੇ ਹੀ ਵੱਡੇ ਚਿਹਰੇ, ਜਾਣੇ ਮਾਨੇ ਚਿਹਰੇ ਉਤਾਰੇ ਗਏ ਨੇ ਚੋਣ ਮੈਦਾਨ ਦੇ। ਤਾਂ ਹੁਣ ਕਿਸ ਤਰੀਕੇ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਜਿਨ੍ਹਾਂ ਨੂੰ ਮੌਕਾ ਨਹੀਂ ਮਿਲਿਆ, ਉਮੀਦ ਕੀਤੀ ਜਾ ਰਹੀ ਸੀ, ਤਾਂ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਟਿਕਟ ਦੇ ਦਿੱਤੀ ਗਈ ਹੈ। ਪਰ ਅਮ੍ਰਿਤਾ ਵੜਿੰਗ ਲਗਭਗ ਅਸੀਂ ਕਹਿ ਸਕਦੇ ਹਾਂ ਕਿ ਸੰਭਾਵੀ ਉਮੀਦਵਾਰ ਸਨ ਜਾਂ ਫਿਰ ਦਾਵਾ ਠੋਕਿਆ ਜਾ ਰਿਹਾ ਸੀ। ਰਾਜਾ ਵੜਿੰਗ ਨੇ ਤਾਂ ਇਹ ਖੁੱਲ ਕੇ ਕਹਿ ਦਿੱਤਾ ਸੀ ਕਿ ਬਿਲਕੁਲ ਦਾਵਾ ਠੋਕ ਰਹੇ ਨੇ, ਬਾਕੀ ਜੋ ਪਾਰਟੀ ਫੈਸਲਾ ਕਰੇਗੀ ਉਹ ਮਨਜ਼ੂਰ ਹੋਏਗਾ। ਤਾਂ ਅਮ੍ਰਿਤਾ ਵੜਿੰਗ ਨੂੰ ਮੌਕਾ ਇੱਥੋਂ ਨਹੀਂ ਮਿਲਿਆ ਹੈ। ਜੀਤ ਮਹਿੰਦਰ ਸਿੰਘ ਸਿੱਧੂ ਤੇ ਦਾ ਖੇਡਿਆ ਗਿਆ ਹੈ ਔਰ ਠੀਕ ਅਸੀਂ ਕਹਿ ਲਈਏ ਕਿ ਬਿਲਕੁਲ ਇਹ ਸੀਟ ਜਿਹੜੀ ਹੈ ਬਠਿੰਡਾ ਦੀ ਬੇहद ਹਾਈ ਪ੍ਰੋਫਾਈਲ ਸੀਟ ਹੈ ਔਰ ਇਸ ਤੇ ਨਜ਼ਰਾਂ ਜਿਹੜੀਆਂ ਨੇ ਉਹ ਲਗਭਗ ਸਭ ਤੋਂ ਪਹਿਲਾਂ ਟਿਕਿਆ ਹੁੰਦੀਆਂ ਨੇ। ਤਾਂ ਬਠਿੰਡਾ ਸੀਟ ਤੋਂ ਰਾਜਾ ਵੜਿੰਗ ਦੇ ਪਤਨੀ ਦਾ ਸੀ ਕਿ ਅਮ੍ਰਿਤਾ ਵੜਿੰਗ ਦਾਅਵੇਦਾਰੀ ਜਤਾ ਰਹੇ ਸਨ, ਪਰ ਕਾਂਗਰਸ ਨੇ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਚੋਣ ਮੈਦਾਨ 'ਚ ਉਤਾਰ ਦਿੱਤਾ ਹੈ। ਜੀਤ ਮਹਿੰਦਰ ਸਿੰਘ ਸਿੱਧੂ 3 ਵਾਰ ਦੇ ਸਾਬਕਾ ਵਿਧਾਇਕ ਨੇ। ਜ਼ਿਆਦਾਤਰ ਚਰਚਾ ਸੀ ਕਿ ਬਠਿੰਡਾ ਤੋਂ ਕਾਂਗਰਸ ਰਾਜਾ ਵੜਿੰਗ ਜਾਂ ਫਿਰ ਅਮ੍ਰਿਤਾ ਵੜਿੰਗ ਨੂੰ ਟਿਕਟ ਦੇ ਸਕਦੀ ਹੈ, ਪਰ ਪਾਰਟੀ ਨੇ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਉਮੀਦਵਾਰ ਬਣਾ ਦਿੱਤਾ ਹੈ। ਜੀਤ ਮਹਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸਿਆਸੀ ਕਰੀਅਰ ਦੀ ਸ਼ੁਰੂਆਤ ਅਕਾਲੀ ਦਲ ਤੋਂ ਕੀਤੀ। 1997 ਦੇ ਵਿੱਚ ਅਕਾਲੀ ਦਲ ਦੀ ਟਿਕਟ ਤੋਂ ਤਲਵੰਡੀ ਸਾਬੋ ਤੋਂ ਵਿਧਾਨ ਸਭਾ ਚੋਣ ਲੜੀ ਪਰ ਹਾਰ ਗਏ। 2002 ਦੇ ਵਿੱਚ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿੱਤੇ। ਕੁਝ ਮਹੀਨੇ ਬਾਅਦ ਕਾਂਗਰਸ ਜੁਆਇਨ ਕਰ ਲਈ। 2007 ਤੋਂ ਲੈ ਕੇ ਜ਼ਿਕਰ ਕੀਤਾ ਜਾ। ਤਾਂ ਉਸ ਤੋਂ ਬਾਅਦ ਅੱਗੇ ਵਧਾਂਗੇ ਔਰ ਗੱਲ ਕਰਾਂਗੇ ਸੰਗਰੂਰ ਸੀਟ ਦੀ। ਤਾਂ ਉਧਰ ਸੰਗਰੂਰ ਤੋਂ ਕਾਂਗਰਸ ਨੇ ਮੌਜੂਦਾ ਵਿਧਾਇਕ ਦੱਸਦੇ ਕਿ ਸੁਖਪਾਲ ਸਿੰਘ ਖਹਿਰਾ ਨੂੰ ਟਿਕਟ ਦਿੱਤੀ ਹੈ ਔਰ ਜਦੋਂ ਕਿ ਸੰਗਰੂਰ ਹਲਕੇ ਤੋਂ ਜ਼ਿਕਰ ਕੀਤਾ ਜਾਵੇ ਤਾਂ ਸਾਬਕਾ ਵਿਧਾਇਕ ਦਲਵੀਰ ਗੋਲਡੀ ਦੀ ਪਤਨੀ ਸਿਮਰਤ ਕੌਰ ਖੰਗੂੜਾ ਦਾ ਨਾਂ ਚਰਚਾ ਦੇ ਵਿੱਚ ਸੀ, ਪਰ ਅਜਿਹਾ ਨਹੀਂ ਹੋਇਆ, ਯਾਨੀ ਕਿ ਸਾਫ਼ ਤੌਰ ਤੇ ਟਿਕਟ ਜਿਹੜੀ ਹੈ ਉਹ ਸੁਖਪਾਲ ਸਿੰਘ ਖਹਿਰਾ ਦੀ ਝੋਲੀ ਪਾਈ ਗਈ ਹੈ। ਤਾਂ ਦਲਵੀਰ ਗੋਲਡੀ ਦਾ ਇਹ ਟਵੀਟ ਆਇਆ ਹੈ ਔਰ ਹਾਲਾਂਕਿ ਮੰਨਿਆ ਜਾ ਰਿਹਾ ਕਿ ਦਲਵੀਰ ਗੋਲਡੀ ਜੋ ਕਿ ਪੂਰੀ ਤਰ੍ਹਾਂ ਕਾਂਗਰਸ ਦੇ ਵਿਧਾਇਕ ਧੂਰੀ ਤੋਂ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਨੇ, ਅਬ ਥੋੜਾ ਨਾਰਾਜ਼ ਨੇ। ਇਸ ਦਾ ਇਸ਼ਾਰਾ ਗੋਲਡੀ ਦੀ ਸੋਸ਼ਲ ਮੀਡੀਆ ਪੋਸਟ ਤੋਂ ਮਿਲਦਾ ਹੈ। ਤਾਂ ਸੰਗਰੂਰ ਦੇ ਲਈ ਉਮੀਦਵਾਰ ਦੇ ਐਲਾਨ ਤੋਂ ਬਾਅਦ ਗੋਲਡੀ ਨੇ ਲਿਖਿਆ ਹੈ ਆਪਣੇ ਐਕਸ ਅਕਾਊਂਟ ਤੇ, ਉਹਨਾਂ ਨੇ ਸ਼ਾਇਰੀ ਲਿਖੀ ਹੈ, ਲਿਖਿਆ ਹੈ ਕਿ ਦੀਵੇ ਜਗਦੇ ਰਹਿਣਗੇ, ਤਾਰੇ ਚੜ੍ਹਦੇ ਰਹਿਣਗੇ, ਸਾਜ਼ਿਸ਼ ਹਨੇਰੇ ਕਰਨਗੇ,
ਚਾਨਣ ਲੜਦੇ ਰਹਿਣਗੇ। ਦੱਸਦੇ ਕਿ ਦਲਵੀਰ ਗੋਲਡੀ 2022 ਦੇ ਵਿੱਚ ਸੰਗਰੂਰ ਦੀ ਲੋਕ ਸਭਾ ਜ਼ਿਮਨੀ ਚੋਣ ਦੇ ਵੇਲੇ ਕਾਂਗਰਸ ਦੇ ਉਮੀਦਵਾਰ ਸਨ ਪਰ ਹਾਰ ਗਏ ਸੀ, ਜਿਸ ਤੋਂ ਬਾਅਦ ਹੁਣ ਦਾ ਸੁਖਪਾਲ ਸਿੰਘ ਖਹਿਰਾ ਤੇ ਖੇਡਿਆ ਗਿਆ।